ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ। ਮੈਂ ਅਤੇ ਕਰਨ ਬਹੁਤ ਪੁਰਾਣੇ ਜਿਗਰੀ ਦੋਸਤ ਹਾਂ। ਜਦੋਂ ਵੀ ਉਸ ਨੂੰ ਮੇਰੀ ਲੋੜ ਹੁੰਦੀ ਉਹ ਮੇਰੇ ਕੋਲ ਆ ਕੇ ਬਿਨਾਂ ਕਿਸੇ ਝਿਜਕ ਤੋਂ ਖੜਾ ਹੋ ਜਾਂਦਾ। ਇਹ ਕਹਾਣੀ ਵੀ ਮੇਰੇ ਜਿਗਰੀ ਦੋਸਤ ਦੀ ਹੀ ਹੈ ਜੋ ਮੈਂ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ। ਮੇਰੇ ਪਰਿਵਾਰ ਵਿੱਚ ਮੈਂ, ਮੇਰਾ ਭਰਾ ਤੇ ਮੇਰੀ ਭਾਬੀ ਹੀ ਰਹਿੰਦੇ ਸੀ। ਅਚਾਨਕ ਦਫ਼ਤਰ ਤੋਂ ਆਉਂਦੇ ਸਮੇਂ ਭਰਾ ਦਾ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਭਾਬੀ ਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਸੰਭਾਲਿਆ। ਉਸ ਸਮੇਂ ਮੇਰੀ ਭਾਬੀ ਦੀ ਉਮਰ ਸਿਰਫ 22 ਸਾਲ ਸੀ ਅਤੇ ਉਹ 22 ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਪਰ ਉਹ ਮੈਨੂੰ ਇਕੱਲਾ ਛੱਡ ਕੇ ਆਪਣੀ ਪੇਕੇ ਘਰ ਨਹੀਂ ਗਈ ਸੀ। ਮੈਂ ਅਕਸਰ ਕੰਮ ਤੇ ਜਾਂਦਾ ਸੀ, ਇਸ ਲਈ ਮੇਰੀ ਭਾਬੀ ਘਰ ਵਿੱਚ ਇਕੱਲੀ ਹੁੰਦੀ ਸੀ। ਜਦੋਂ ਵੀ ਉਸ ਨੂੰ ਕੋਈ ਕੰਮ ਹੁੰਦਾ ਤਾਂ ਉਹ ਮੈਨੂੰ ਫੋਨ ਕਰ ਦਿੰਦੀ ਸੀ ਅਤੇ ਫਿਰ ਮੈਂ ਆਪਣੇ ਦੋਸਤ ਨੂੰ ਫੋਨ ਕਰਕੇ ਕੰਮ ਲਈ ਕਹਿ ਦਿੰਦਾ ਸੀ। ਉਹ ਹਮੇਸ਼ਾ ਮੇਰੇ ਸਾਰੇ ਕੰਮ ਕਰ ਦਿੰਦਾ ਸੀ। ਉਹ ਕਦੇ ਵੀ ਮੈਨੂੰ ਨਾਰਾਜ਼ ਨਹੀਂ ਕਰਦਾ ਸੀ। ਇੱਕ ਦਿਨ ਮੈਂ ਉਸ ਨੂੰ ਕਿਸੇ ਕੰਮ ਲਈ ਕਾਲ ਕੀਤੀ ਅਤੇ ਕੰਮ ਦੱਸ ਦਿੱਤਾ। ਫਿਰ ਉਹ ਘਰ ਆਇਆ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੇਰਾ ਨਾਮ ਅਰਜਨ ਹੈ। ਇਹ ਕਹਾਣੀ ਮੈਂ ਤੁਹਾਨੂੰ ਆਪਣੀ ਭਾਬੀ ਅਤੇ ਆਪਣੇ ਦੋਸਤ ਦੀ ਸੁਣਾਉਣ ਜਾ ਰਿਹਾ ਹਾਂ। ਭਾਬੀ ਅਤੇ ਇੱਕ ਰਾਤ ਦੀ ਗੱਲ ਹੈ, ਮੈਂ ਕਿਸੇ ਕੰਮ ਲਈ ਬਾਹਰ ਗਿਆ ਸੀ। ਉਸ ਦਿਨ ਮੇਰਾ ਦੋਸਤ ਕਰਨ ਮੇਰੇ ਘਰ ਹੀ ਸੀ। ਜਦੋਂ ਮੈਂ ਅਗਲੇ ਦਿਨ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਮੇਰੀ ਭਾਬੀ ਲੰਗੜਾ ਕੇ ਚੱਲ ਰਹੀ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਭਾਬੀ ਜੀ, ਤੁਹਾਨੂੰ ਚੋਟ ਲੱਗੀ ਹੈ? ਕਰਨ ਤਾਂ ਤੁਹਾਡੇ ਨਾਲ ਹੀ ਸੀ, ਫਿਰ ਤੁਸੀਂ ਲੰਗੜਾ ਕੇ ਕਿਉਂ ਚੱਲ ਰਹੇ ਹੋ? ਭਾਬੀ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਕੁਝ ਨਹੀਂ, ਮੇਰੇ ਪੈਰ ਵਿੱਚ ਮੋਚ ਆ ਗਈ ਹੈ, ਇਸ ਲਈ ਚੱਲਣ ਵਿੱਚ ਦਿੱਕਤ ਹੋ ਰਹੀ ਹੈ। ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ। ਫਿਰ ਮੈਂ ਕਰਨ ਨੂੰ ਕਾਲ ਕੀਤੀ ਅਤੇ ਉਸ ਨੂੰ ਘਰ ਬੁਲਾ ਲਿਆ। ਜਦੋਂ ਉਹ ਘਰ ਆਇਆ ਤਾਂ ਭਾਬੀ ਸਾਡੇ ਕੋਲ ਆ ਕੇ ਬੈਠ ਗਈ। ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ। ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ, ਪਰ ਮਨ ਵਿੱਚ ਇੱਕ ਸਵਾਲ ਉੱਠ ਰਿਹਾ ਸੀ ਕਿ ਕਿਤੇ ਭਾਬੀ ਅਤੇ ਕਰਨ ਦੇ ਵਿੱਚ ਕੁਝ ਹੋਇਆ ਤਾਂ ਨਹੀਂ। ਪਰ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਹੀ ਭਾਬੀ ਤੇ ਸ਼ੱਕ ਕਿਉਂ ਕਰਾਂ। ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਭਾਬੀ ਕਰਨ ਨੂੰ ਅਲੱਗ ਹੀ ਨਜ਼ਰ ਨਾਲ ਦੇਖ ਰਹੀ ਸੀ, ਪਰ ਮੈਂ ਕੁਝ ਨਹੀਂ ਕਿਹਾ। ਅਸੀਂ ਦੋਨੋਂ ਬਾਹਰ ਚਲੇ ਗਏ। ਮੈਂ ਉਸ ਨੂੰ ਕਿਹਾ ਕਿ ਯਾਰ ਤੂੰ ਮੇਰੇ ਲਈ ਪੂਰੀ ਰਾਤ ਭਾਬੀ ਕੋਲ ਰਿਹਾ। ਸੱਚ ਪੁੱਛੇ ਤਾਂ ਕੋਈ ਵੀ ਇੰਨੀ ਮਦਦ ਨਹੀਂ ਕਰਦਾ। ਮੇਰੇ ਇੱਕ ਕਾਲ ਕਰਨ ਤੇ ਹੀ ਤੂੰ ਸਾਡੇ ਘਰ ਆ ਗਿਆ। ਤੇਰਾ ਬਹੁਤ ਬਹੁਤ ਧੰਨਵਾਦ। ਪਰ ਇੱਕ ਅਜੀਬ ਗੱਲ ਇਹ ਸੀ ਕਿ ਜਦੋਂ ਕਰਨ ਆਇਆ ਸੀ ਭਾਬੀ ਦੇ ਚਿਹਰੇ ਤੇ ਰੌਣਕ ਸੀ ਅਤੇ ਕਰਨ ਮੇਰੇ ਨਾਲ ਅੱਖ ਵੀ ਨਹੀਂ ਮਿਲਾ ਰਿਹਾ ਸੀ। ਅਸੀਂ ਬਾਹਰ ਘੁੰਮਣ ਚਲੇ ਗਏ ਅਤੇ ਫਿਰ ਮੈਂ ਘਰ ਵਾਪਸ ਆ ਗਿਆ। ਮੇਰੇ ਮਨ ਵਿੱਚ ਖਿਆਲ ਆਇਆ ਕਿ ਇੱਕ ਵਾਰ ਆਪਣੇ ਇਸ ਵਹਿਮ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਪਰ ਕਿਵੇਂ? ਇੱਕ ਪਾਸੇ ਮੇਰੀ ਭਾਬੀ ਸੀ ਅਤੇ ਦੂਜੇ ਪਾਸੇ ਮੇਰਾ ਜਿਗਰੀ ਯਾਰ। ਜੇਕਰ ਇਹ ਮੇਰੀ ਗਲਤਫਹਿਮੀ ਹੁੰਦੀ ਹੈ ਤਾਂ ਮੈਂ ਬੇਵਜ੍ਹਾ ਦੋਨਾਂ ਨੂੰ ਦੁਖੀ ਕਰਦਾ ਹਾਂ। ਇਹ ਸੋਚ ਕੇ ਮੈਂ ਫਿਰ ਚੁੱਪ ਹੋ ਗਿਆ। ਫਿਰ ਇਸ ਤਰ੍ਹਾਂ ਹੀ 2 ਮਹੀਨੇ ਲੰਘ ਗਏ ਅਤੇ ਕਰਨ ਘਰ ਨਹੀਂ ਆਇਆ। ਭਾਬੀ ਮੇਰੇ ਤੋਂ ਪੁੱਛਣ ਲੱਗੀ ਕਿ ਕੀ ਹੋਇਆ, ਕਰਨ ਇੰਨੇ ਦਿਨਾਂ ਤੋਂ ਘਰ ਨਹੀਂ ਆਇਆ, ਕਿ ਤੁਹਾਡੇ ਦੋਹਾਂ ਦੇ ਵਿੱਚ ਕੋਈ ਲੜਾਈ ਹੋਈ ਹੈ? ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਭਾਬੀ ਇਸ ਤਰ੍ਹਾਂ ਕਿਉਂ ਪੁੱਛ ਰਹੀ ਸੀ। ਇਸ ਤੋਂ ਪਹਿਲਾਂ ਤਾਂ ਉਹਨਾਂ ਨੇ ਕਦੇ ਵੀ ਪੁੱਛਿਆ ਨਹੀਂ ਸੀ। ਮਨ ਵਿੱਚ ਸ਼ੱਕ ਵਧਣ ਲੱਗਿਆ। ਮੈਂ ਇੱਕ ਪਲੈਨਿੰਗ ਬਣਾਈ ਕਿ ਜੇਕਰ ਉਹਨਾਂ ਦੇ ਵਿੱਚ ਕੁਝ ਗਲਤ ਚੱਲ ਰਿਹਾ ਹੈ ਤਾਂ ਮੈਨੂੰ ਪਤਾ ਲਗਾਉਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਹਨ ਨਾ ਕਿ ਸ਼ੱਕ ਦਾ ਭੂਤ ਮਨ ਵਿੱਚ ਜ਼ਿਆਦਾ ਸਮਾਂ ਨਹੀਂ ਟਿਕਦਾ। ਅਤੇ ਇੱਧਰ ਤਾਂ ਦੋਨੇ ਮੇਰੇ ਬਹੁਤ ਹੀ ਕਰੀਬੀ ਸੀ। ਜਦੋਂ ਭਾਬੀ ਬਾਜ਼ਾਰ ਗਈ ਤਾਂ ਮੈਂ ਘਰ ਵਿੱਚ ਕੈਮਰਾ ਲਗਵਾ ਦਿੱਤਾ ਅਤੇ ਭਾਬੀ ਨੂੰ ਕੁਝ ਨਹੀਂ ਦੱਸਿਆ। ਅਤੇ ਫਿਰ ਮੈਂ ਕੈਮਰੇ ਨੂੰ ਆਪਣੇ ਮੋਬਾਈਲ ਨਾਲ ਕਨੈਕਟ ਕਰ ਲਿਆ ਤਾਂ ਕਿ ਘਰ ਵਿੱਚ ਕੁਝ ਵੀ ਹੋਵੇ ਮੈਨੂੰ ਮੋਬਾਈਲ ਤੇ ਦਿਖ ਜਾਵੇ। ਕੈਮਰਾ ਲਗਾਏ ਹੋਏ ਹੁਣ 4 ਦਿਨ ਹੋ ਗਏ ਸੀ, ਪਰ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ ਉਸ ਤਰ੍ਹਾਂ ਦਾ ਤਾਂ ਕੁਝ ਵੀ ਨਹੀਂ ਹੋਇਆ। ਫਿਰ ਮੈਂ ਇੱਕ ਦਿਨ ਕਰਨ ਨੂੰ ਕਾਲ ਕੀਤੀ ਅਤੇ ਕਿਹਾ ਕਿ ਮੈਂ ਕੁਝ ਦਿਨ ਫਿਰ ਤੋਂ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਹੈ, ਕਿ ਤੂੰ 2-3 ਦਿਨ ਭਾਬੀ ਦੇ ਕੋਲ ਰਹਿ ਸਕਦਾ ਹੈ? ਉਹ ਘਰ ਵਿੱਚ ਇਕੱਲੀ ਹੈ। ਉਸ ਨੇ ਉਸੇ ਸਮੇਂ ਹਾਂ ਕਹਿ ਦਿੱਤੀ ਅਤੇ ਫਿਰ ਮੈਂ ਭਾਬੀ ਨੂੰ ਵੀ ਇਹੀ ਦੱਸਿਆ ਕਿ ਮੈਂ ਕੁਝ ਦਿਨਾਂ ਲਈ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾ ਰਿਹਾ ਹਾਂ। ਫਿਰ ਮੈਂ ਉਸੇ ਦਿਨ ਹੋਟਲ ਵਿੱਚ ਇੱਕ ਕਮਰਾ ਬੁੱਕ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਕੁਝ ਦਿਨਾਂ ਵਿੱਚ ਕੰਮ ਪੂਰਾ ਹੋ ਜਾਵੇਗਾ, ਤੁਸੀਂ ਆਪਣਾ ਧਿਆਨ ਰੱਖਿਓ।
ਇਹ ਕਹਿ ਕੇ ਮੈਂ ਘਰੋਂ ਬਾਹਰ ਆ ਗਿਆ। ਮੈਂ ਹੋਟਲ ਵਿੱਚ ਬੈਠਾ ਰਿਹਾ ਤੇ ਲੈਪਟਾਪ ਤੇ ਕੰਮ ਕਰਦਾ ਰਿਹਾ। ਕੈਮਰਾ ਚਾਲੂ ਸੀ, ਪਰ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ ਉਸ ਤਰ੍ਹਾਂ ਦਾ ਤਾਂ ਕੁਝ ਵੀ ਨਹੀਂ ਹੋ ਰਿਹਾ ਸੀ। ਫਿਰ ਮੈਂ ਭਾਬੀ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਭਾਬੀ ਕਰਨ ਆਇਆ ਹੈ ਜਾਂ ਨਹੀਂ। ਹਜੇ ਤੱਕ ਤੁਸੀਂ ਉਸ ਨੂੰ ਕਾਲ ਕਰਕੇ ਬੁਲਾ ਲਓ। ਮੈਂ ਦੇਖ ਰਿਹਾ ਸੀ ਭਾਬੀ ਨੇ ਮੇਰਾ ਫੋਨ ਕੱਟਿਆ ਤੇ ਉਸੇ ਸਮੇਂ ਕਰਨ ਨੂੰ ਫੋਨ ਕੀਤਾ। ਉਹ ਪੁੱਛਣ ਲੱਗੇ ਕਿ ਤੂੰ ਕਦੋਂ ਆਵੇਂਗਾ? ਅਰਜਨ ਨੇ ਤੈਨੂੰ ਕੁਝ ਨਹੀਂ ਕਿਹਾ? ਸਮਾਂ ਕਿੰਨਾ ਹੋ ਗਿਆ ਹੈ, ਤੂੰ ਹਜੇ ਤੱਕ ਨਹੀਂ ਆਇਆ। ਇਹ ਕਹਿ ਕੇ ਭਾਬੀ ਨੇ ਫੋਨ ਰੱਖ ਦਿੱਤਾ ਅਤੇ ਫਿਰ ਭਾਬੀ ਫਰੈਸ਼ ਹੋ ਕੇ ਤਿਆਰ ਹੋਣ ਲੱਗੇ। ਭਾਬੀ ਨੇ ਲਾਲ ਰੰਗ ਦੀ ਸਾੜੀ ਪਾਈ ਅਤੇ ਬਹੁਤ ਵਧੀਆ ਮੇਕਅਪ ਕੀਤਾ। ਉਹਨਾਂ ਨੇ ਗੂੜੇ ਗੁਲਾਬੀ ਰੰਗ ਦੀ ਲਿਪਸਟਿਕ ਲਾਈ। ਅੱਜ ਭਾਬੀ ਬਹੁਤ ਖੂਬਸੂਰਤ ਲੱਗ ਰਹੀ ਸੀ। ਭਾਬੀ ਨੂੰ ਦੇਖਣ ਦਾ ਨਜ਼ਰੀਆ ਅੱਜ ਮੇਰਾ ਬਦਲ ਗਿਆ ਸੀ, ਪਰ ਹਜੇ ਵੀ ਮੇਰੇ ਮਨ ਵਿੱਚ ਜੋ ਸਵਾਲ ਸੀ ਉਸ ਦਾ ਜਵਾਬ ਨਹੀਂ ਮਿਲ ਰਿਹਾ ਸੀ। ਥੋੜੇ ਸਮੇਂ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ। ਕਰਨ ਬਾਹਰ ਖੜਾ। ਭਾਬੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਦਰਵਾਜ਼ਾ ਲੌਕ ਕਰਕੇ ਤੁਰੰਤ ਉਸ ਦੇ ਕੋਲ ਆ ਕੇ ਬੋਲੀ ਕਿ ਕਿੰਨੇ ਸਮੇਂ ਤੋਂ ਤੇਰਾ ਇੰਤਜ਼ਾਰ ਕਰ ਰਹੀ ਸੀ ਮੈਂ। ਕੀ ਤੂੰ ਭੁੱਲ ਗਿਆ? ਉਸ ਨੇ ਕਰਨ ਦੇ ਕੋਲ ਆ ਕੇ ਕਿਹਾ। ਹੁਣ ਉਹੀ ਹੋ ਰਿਹਾ ਸੀ ਜਿਸ ਦਾ ਮੈਨੂੰ ਡਰ ਸੀ। ਇੱਧਰ ਮੈਂ ਸਭ ਕੁਝ ਦੇਖ ਰਿਹਾ ਸੀ। ਕਰਨ ਥੋੜਾ ਜਿਹਾ ਝਿਜਕਦੇ ਹੋਏ ਬੋਲਿਆ ਕਿ ਮਾਫ ਕਰਨਾ ਭਾਬੀ, ਪਰ ਇਹ ਸਭ ਸਹੀ ਨਹੀਂ ਹੈ। ਅਰਜਨ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਹੈ। ਮੈਨੂੰ ਤੁਹਾਡੇ ਨਾਲ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਮੈਨੂੰ ਮਾਫ ਕਰ ਦਿਓ। ਪਰ ਭਾਬੀ ਨੇ ਉਸ ਨੂੰ ਉਸੇ ਸਮੇਂ ਆਪਣੇ ਕੋਲ ਖਿੱਚਿਆ ਤੇ ਕਹਿਣ ਲੱਗੀ ਕਿ ਮੈਂ ਆਪਣੀ ਜ਼ਿੰਦਗੀ ਅਰਜੁਨ ਲਈ ਖਰਾਬ ਕਰ ਦਿੱਤੀ ਹੈ ਕਿ ਮੈਨੂੰ ਖੁਸ਼ ਹੋਣ ਦਾ ਕੋਈ ਹੱਕ ਨਹੀਂ ਹੈ। ਮੇਰਾ ਵੀ ਮਨ ਕਰਦਾ ਹੈ, ਮੈਂ ਵੀ ਖੁਸ਼ ਰਹਿਣਾ ਹੈ। ਭਾਬੀ ਕਰਨ ਨੂੰ ਆਪਣੇ ਕੋਲ ਖਿੱਚ ਕੇ ਸਭ ਕਹਿ ਰਹੀ ਸੀ। ਭਾਬੀ ਮੇਰੇ ਦੋਸਤ ਨਾਲ ਸਭ ਕੁਝ ਕਰ ਰਹੀ ਸੀ। ਇੱਧਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ, ਪਰ ਮੈਂ ਦੇਖਦਾ ਰਿਹਾ। ਉਸ ਨੇ ਕਰਨ ਨੂੰ ਕਿਹਾ ਕਿ ਜਦੋਂ ਤੱਕ ਤੇਰਾ ਵਿਆਹ ਨਹੀਂ ਹੁੰਦਾ ਤੂੰ ਸਿਰਫ ਮੇਰਾ ਹੈ। ਜੇਕਰ ਤੂੰ ਕਿਸੇ ਹੋਰ ਦੇ ਬਾਰੇ ਵਿੱਚ ਸੋਚਿਆ ਵੀ ਤਾਂ ਮੈਂ ਤੈਨੂੰ ਮਾਰ ਦੇਵਾਂਗੀ, ਸਮਝੇ ਨਾ। ਭਾਬੀ ਕਰਨ ਨੂੰ ਇਹ ਸਭ ਕਹਿ ਰਹੀ ਸੀ। ਮੈਂ ਇਹ ਸਭ ਦੇਖ ਕੇ ਪਰੇਸ਼ਾਨ ਹੋ ਰਿਹਾ ਸੀ। ਹੁਣ ਮੈਨੂੰ ਭਾਬੀ ਇੱਕ ਹਬਸੀ ਔਰਤ ਲੱਗ ਰਹੀ ਸੀ। ਮੈਂ ਕਦੇ ਵੀ ਭਾਬੀ ਨੂੰ ਇਸ ਰੂਪ ਵਿੱਚ ਨਹੀਂ ਦੇਖਿਆ ਸੀ। ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਣ ਲੱਗੇ ਸੀ, ਪਰ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਸੋਚਿਆ ਕਿ ਮੈਨੂੰ ਘਰ ਜਾ ਕੇ ਉਹਨਾਂ ਦੋਹਾਂ ਨੂੰ ਰੰਗੇ ਹੱਥੀਂ ਫੜਨਾ ਚਾਹੀਦਾ ਹੈ। ਇਸ ਲਈ ਮੈਂ ਹੋਟਲ ਵਿੱਚੋਂ ਨਿਕਲਿਆ। ਮੋਬਾਈਲ ਤੇ ਕੈਮਰਾ ਚਾਲੂ ਸੀ। ਉਹ ਦੋਨੇ ਇੱਕ ਦੂਜੇ ਵਿੱਚ ਖੁੱਬੇ ਹੋਏ ਸੀ। ਮੈਂ ਤੁਰੰਤ ਘਰ ਚਲਾ ਗਿਆ। ਉਹ ਦੋਨੋਂ ਇੱਕ ਦੂਜੇ ਨਾਲ ਮਸਤੀ ਕਰ ਰਹੇ ਸੀ। ਕਰਨ ਨੇ ਭਾਬੀ ਦੇ ਕੱਪੜੇ ਲਾ ਕੇ ਸੁੱਟ ਦਿੱਤੇ ਅਤੇ ਭਾਬੀ ਨੇ ਕਿਹਾ ਕਿ ਅੱਜ ਕੀ ਨਵਾਂ ਕਰਨਾ ਹੈ, ਦੱਸ, ਮੈਂ ਕਰਦੀ ਹਾਂ, ਤੂੰ ਚਿੰਤਾ ਨਾ ਕਰ। ਮੈਂ ਗੱਡੀ ਚਲਾਉਂਦੇ ਹੋਏ ਸਭ ਕੁਝ ਦੇਖ ਰਿਹਾ ਸੀ। ਇਹ ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ। ਉਹਨਾਂ ਦੋਹਾਂ ਦਾ ਰੋਮਾਂਸ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ। ਮੈਂ ਘਰ ਪਹੁੰਚ ਗਿਆ। ਜਿਵੇਂ ਹੀ ਮੈਂ ਦਰਵਾਜ਼ੇ ਦੀ ਘੰਟੀ ਵਜਾਈ, ਦਰਵਾਜ਼ਾ ਨਹੀਂ ਖੁੱਲਿਆ। ਮੈਂ ਫਿਰ ਤੋਂ ਘੰਟੀ ਵਜਾਈ। ਭਾਬੀ ਨੇ ਕੱਪੜੇ ਠੀਕ ਕਰਦੇ ਹੋਏ ਦਰਵਾਜ਼ਾ ਖੋਲ੍ਹਿਆ। ਮੈਨੂੰ ਸਾਹਮਣੇ ਦੇਖ ਕੇ ਉਹਨਾਂ ਦੋਹਾਂ ਦੇ ਹੋਸ਼ ਉੱਡ ਗਏ, ਪਰ ਮੈਂ ਕੁਝ ਨਹੀਂ ਬੋਲਿਆ। ਮੈਂ ਫਰੈਸ਼ ਹੋ ਕੇ ਕੱਪੜੇ ਚੇਂਜ ਕਰਨ ਲੱਗਿਆ। ਉਹ ਦੋਨੋਂ ਇੱਕ ਦੂਜੇ ਵੱਲ ਦੇਖ ਰਹੇ ਸੀ। ਭਾਬੀ ਉੱਠ ਕੇ ਜਾਣ ਲੱਗੀ ਤਾਂ ਮੈਂ ਭਾਬੀ ਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਕਿਹਾ ਕਿ ਰੁਕੋ ਭਾਬੀ ਜੀ, ਮੈਂ ਤੁਹਾਨੂੰ ਕੁਝ ਦਿਖਾਉਂਦਾ ਹਾਂ। ਭਾਬੀ ਚੁੱਪ ਸੀ, ਪਰ ਭਾਬੀ ਦੀ ਸਾੜੀ ਅਜੇ ਵੀ ਸੋਫੇ ਦੇ ਪਿੱਛੇ ਹੀ ਪਈ ਸੀ। ਮੈਂ ਉਹ ਸਾੜੀ ਚੱਕ ਕੇ ਭਾਬੀ ਨੂੰ ਦਿੱਤੀ ਅਤੇ ਕਿਹਾ ਕਿ ਇਸ ਨੂੰ ਜ਼ਿਆਦਾ ਦੂਰ ਨਾ ਸਿੱਟਿਆ ਕਰੋ, ਬਾਅਦ ਵਿੱਚ ਤੁਹਾਨੂੰ ਲੱਭਣ ਵਿੱਚ ਪਰੇਸ਼ਾਨੀ ਹੁੰਦੀ ਹੈ। ਉਹ ਦੋਨੇ ਅਪਰਾਧੀ ਬਣ ਕੇ ਮੇਰੇ ਸਾਹਮਣੇ ਖੜੇ ਸੀ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ। ਭਾਬੀ ਬਿਲਕੁਲ ਚੁੱਪ ਸੀ। ਮੈਂ ਉਹਨਾਂ ਤੋਂ ਪੁੱਛਿਆ ਕਿ ਦੱਸੋ ਮੈਨੂੰ ਇਹ ਸਭ ਕੀ ਹੋ ਰਿਹਾ ਹੈ। ਉਹ ਦੋਨੋਂ ਕੁਝ ਨਹੀਂ ਬੋਲ ਰਹੇ ਸੀ। ਮੈਂ ਫੋਨ ਚੱਕਿਆ ਤੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਫਿਰ ਮੈਂ ਉਹਨਾਂ ਨੂੰ ਉਹ ਵੀਡੀਓ ਦਿਖਾਈ। ਭਾਬੀ ਦਾ ਚਿਹਰਾ ਸ਼ਰਮ ਦੇ ਨਾਲ ਪੀਲਾ ਪੈ ਗਿਆ ਅਤੇ ਫਿਰ ਮੈਂ ਭਾਬੀ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਕਿ ਭਾਬੀ ਹੁਣ ਕੁਝ ਤਾਂ ਬੋਲੋ, ਇਹ ਸਭ ਕੀ ਚੱਲ ਰਿਹਾ ਹੈ। ਤਾਂ ਭਾਬੀ ਕਹਿਣ ਲੱਗੀ ਕਿ ਤੂੰ ਦੇਖ ਹੀ ਲਿਆ ਹੈ ਨਾ ਕੀ ਚੱਲ ਰਿਹਾ ਹੈ, ਫਿਰ ਤੂੰ ਬਾਰ-ਬਾਰ ਕਿਉਂ ਪੁੱਛ ਰਿਹਾ ਹੈ।
ਤੈਨੂੰ ਕੀ ਚਾਹੀਦਾ ਹੈ, ਤੂੰ ਸਾਫ਼-ਸਾਫ਼ ਦੱਸ। ਬੇਵਜ੍ਹਾ ਗੱਲ ਨੂੰ ਘੁਮਾਣਾ। ਭਾਬੀ ਨੇ ਸਿੱਧੇ ਤਰੀਕੇ ਨਾਲ ਗੱਲ ਕੀਤੀ। ਤਾਂ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਮੈਨੂੰ ਵੀ ਉਹੀ ਚਾਹੀਦਾ ਹੈ ਜੋ ਤੁਸੀਂ ਕਰਨ ਨਾਲ ਕੀਤਾ। ਭਾਬੀ ਮੇਰੇ ਪੈਰਾਂ ਵਿੱਚ ਬੈਠ ਗਈ ਅਤੇ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦੇ, ਪਰ ਮੈਂ ਕਰਨ ਨੂੰ ਪਿਆਰ ਕਰਦੀ ਹਾਂ। ਮੈਂ ਕਰਨ ਤੋਂ ਬਿਨਾਂ ਕਿਸੇ ਨਾਲ ਵੀ ਨਹੀਂ ਰਹਿ ਸਕਦੀ। ਤਾਂ ਮੈਂ ਭਾਬੀ ਅਤੇ ਕਰਨ ਦੋਹਾਂ ਨੂੰ ਬਿਠਾ ਕੇ ਕਿਹਾ ਕਿ ਜੇਕਰ ਇਹ ਗੱਲ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ। ਜੇਕਰ ਕਿਸੇ ਨੇ ਕਰਨ ਨੂੰ ਸਾਡੇ ਘਰ ਵਿੱਚ ਇਸ ਤਰ੍ਹਾਂ ਦੀ ਹਾਲਤ ਵਿੱਚ ਦੇਖ ਲਿਆ ਤਾਂ ਸਾਡੀ ਕਿੰਨੀ ਬਦਨਾਮੀ ਹੁੰਦੀ, ਇਸ ਦਾ ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਭਾਬੀ ਮੇਰੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ ਅਤੇ ਹੰਝੂ ਵਹਾਉਣ ਲੱਗੀ। ਕਰਨ ਨੇ ਵੀ ਮੇਰੇ ਤੋਂ ਮਾਫ਼ੀ ਮੰਗੀ। ਮੈਂ ਕਰਨ ਨੂੰ ਪੁੱਛਿਆ ਕਿ ਤੂੰ ਭਾਬੀ ਨਾਲ ਵਿਆਹ ਕਰਨਾ ਚਾਹੁੰਦਾ ਹੈ? ਤਾਂ ਕਰਨ ਨੇ ਉਸੇ ਸਮੇਂ ਆਪਣਾ ਸਿਰ ਹਾਂ ਦੇ ਵਿੱਚ ਹਿਲਾ ਦਿੱਤਾ। ਫਿਰ ਮੈਂ ਭਾਬੀ ਅਤੇ ਕਰਨ ਦੂਜੇ ਸ਼ਹਿਰ ਚਲੇ ਗਏ ਤਾਂ ਉੱਥੇ ਜਾ ਕੇ ਮੈਂ ਕਰਨ ਦਾ ਭਾਬੀ ਨਾਲ ਵਿਆਹ ਕਰਵਾ ਦਿੱਤਾ। ਹੁਣ ਮੇਰੀ ਭਾਬੀ ਅਤੇ ਕਰਨ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ। ਤਾਂ ਦੋਸਤੋ, ਕਦੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ, ਉਹ ਸਾਨੂੰ ਕਰਨਾ ਪੈਂਦਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਤੁਹਾਡੇ ਆਪਣੇ ਚੈਨਲ ਅਲਫਾਜ਼ PV ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।